गुरु ग्रंथ साहब दी ਜਿਹੜੀਆਂ ਬੇਅਦਬੀਆਂ ਨੇ ਨਾ ਇਹ ਪਲੀ ਪਲੈਨਿੰਗ ਨੇ ਇੱਕੋ ਢੰਗ ਨਾਲ ਨੇ ਇਹ ਕਿਸੇ ਏਜੰਸੀ ਦੀ ਦੇਣ ਹੈ ਤੇ ਅੱਧਾ ਬੰਦਾ ਪੂਰਾ ਵੀ ਨਹੀਂ ਸੀ ਉਹ ਇੱਕ ਬਾਹ ਉਹਦੀ ਅੱਧਾ ਬੰਦਾ ਹੀ ਪੰਜਾਂ ਨੂੰ ਲਲਕਾਰ ਕੇ ਇੰਜ ਗਿਆ ਜਿਵੇਂ ਕਿਤੇ ਬੜਾ ਤਗੜਾ ਕਿਲਾ ਫਤਿਹ ਕੀਤਾ ਹੋਵੇ ਉਹਨੇ। ਕਿਹਾ ਜਾਂਦਾ ਹੈ ਕਿ ਆਪ ਇਹਨਾਂ ਨੂੰ ਸੌਦਾ ਲਾ ਦਿੱਤਾ ਜਾਵੇ ਜਾਂ ਮੌਕੇ ਤੇ ਜਦੋਂ ਅਜਿਹੇ ਵਿਅਕਤੀ ਟੱਕਰਦੇ ਨੇ। ਅੰਮ੍ਰਿਤ ਵੀ ਛਕਿਆ ਸੀ ਇਹਨੇ ਪਹਿਲਾਂ ਕੋਈ ਗਲਤੀ ਕੀਤੀ ਫਿਰ ਅੰਮ੍ਰਿਤ ਛਕਿਆ ਫਿਰ ਅੰਮ੍ਰਿਤ ਭੰਗ ਕੀਤਾ। ਜਿਹੜੇ ਸਾਡੇ ਲੀਡਰ ਸੀਗੇ ਉਹਨਾਂ ਨੂੰ ਸੌਦੇ ਲਾਏ ਗਏ ਨੇ ਉਦੋਂ ਸਿਕਿਉਰਟੀਆਂ ਕਿੱਥੇ ਸੀਗੀਆਂ ਤੇ ਹੁਣ ਕਿਉਂ ਦਿੱਤੀਆਂ? ਕੋਈ ਨਹੀਂ ਸਮਾਂ ਬਣਨ ਤੇ ਇਹ ਵੀ ਹੋ ਸਕਦਾ ਵੀ ਕੋਈ ਗੁਰਮੁਖ ਪਿਆਰਾ ਲੈ ਲੂਗਾ ਸੇਵਾ ਵੀ। ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਉਹ ਸਰਕਾਰਾਂ ਦੇ ਕਬਜ਼ੇ 'ਚ ਹੈ। ਜਦੋਂ ਤੱਕ ਸਾਡਾ ਅਕਾਲ ਤਖਤ ਸਾਹਿਬ ਆਜ਼ਾਦ ਨਹੀਂ ਉੱਥੋਂ ਕੋਈ ਇਹੋ ਜਿਹਾ ਫਰਮਾਨ ਨਹੀਂ ਹੁੰਦਾ ਉਦੋਂ ਤੋਂ ਕਿ ਠੱਲਣੀ ਪੈਣੀ। ਅਸੀਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਦਿੱਤੂਪੁਰ ਵਿਖੇ ਖੜ੍ਹੇ ਹਾਂ। ਦਿੱਤੂਪੁਰ ਜੱਟਾਂ ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ। ਇੱਕ ਦੁਸ਼ਟ ਪ੍ਰਾਣੀ ਵੱਲੋਂ ਨੰਗੇ ਸਿਰ ਜੋੜੇ ਪਾ ਕੇ ਤਾਬਿਆਂ 'ਤੇ ਪਹੁੰਚਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰਦਾ ਹੈ। ਸਾਡੇ ਨਾਲ ਬਾਬਾ ਮਨਮੋਹਨ ਸਿੰਘ ਜੀ ਨੇ ਬਾਰਨ ਤੋਂ, ਉਹਨਾਂ ਨਾਲ ਕਰਾਂਗੇ ਗੱਲ। ਉਹ ਪਹੁੰਚੇ ਨੇ ਇੱਥੇ। ਹਾਂਜੀ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਲੱਗ ਰਿਹਾ ਜੀ ਜਿਹੜੀਆਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੇ ਦਿਨ ਪਰ ਦਿਨ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਨੇ, ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਕੀ ਲੱਗ ਰਿਹਾ ਜੀ ਕਿਸ ਤਰ੍ਹਾਂ ਰੁਕਣਗੀਆਂ? ਕੀ ਕਰਨਾ ਪਊਗਾ? ਸਾਡਾ ਜਿਹੜਾ ਧਰਮ ਕਿੱਧਰ ਨੂੰ ਜਾ ਰਿਹਾ ਜੀ? ਗੁਰੂ ਗ੍ਰੰਥ ਸਾਹਿਬ ਦੀ ਜਿਹੜੀਆਂ ਬੇਅਦਬੀਆਂ ਨੇ ਨਾ ਇਹ ਪਲੀ ਪਲੈਨਿੰਗ ਨੇ ਇੱਕੋ ਢੰਗ ਨਾਲ ਨੇ ਇਹ ਕਿਸੇ ਏਜੰਸੀ ਦੀ ਦੇਣ ਹੈ। ਕੋਈ ਏਜੰਸੀ ਜਿਹੜੀ ਹੈ ਪੰਜਾਬ 'ਚ ਅੱਗ ਲਾਉਣਾ ਚਾਹੁੰਦੀ ਹੈ, ਕੋਈ ਜਿਹੜੀ ਏਜੰਸੀ ਹੈ ਕੋਈ ਜਿਹੜੇ ਸਿੱਖ ਨੌਜਵਾਨਾਂ ਨੂੰ ਕੁਰਾਹੇ ਪਾਉਣਾ ਚਾਹੁੰਦੀ ਹੈ, ਇਹ ਉਹਨਾਂ ਏਜੰਸੀਆਂ ਦੀ ਦੇਣ ਹੈ। ਅਤੇ ਇਹ ਉਹਨਾਂ ਚਿਰ ਨਹੀਂ ਹਟਣਾ ਜਦੋਂ ਵੇਖੋ ਅੱਜ ਦੀ ਜਿਹੜੀ ਦਿੱਤੂਪੁਰ ਦੀ ਗੱਲ ਕਰ ਰਹੇ ਤੁਸੀਂ ਇੱਥੇ 5 ਬੰਦੇ ਅੰਦਰ ਹੋਣ ਅਤੇ ਅੱਧਾ ਬੰਦਾ ਪੂਰਾ ਵੀ ਨਹੀਂ ਸੀ ਉਹ ਇੱਕ ਬਾਹ ਉਹਦੀ ਅੱਧਾ ਬੰਦਾ ਹੀ ਪੰਜਾਂ ਨੂੰ ਲਲਕਾਰ ਕੇ ਇੰਜ ਗਿਆ ਜਿਵੇਂ ਕਿਤੇ ਬੜਾ ਤਗੜਾ ਕਿਲਾ ਫਤਿਹ ਕੀਤਾ ਹੋਵੇ ਉਹਨੇ। ਗੁਰੂ ਗ੍ਰੰਥ ਸਾਹਿਬ ਦੀ ਰੁਮਾਲਾ ਸਾਹਿਬ ਚੁੱਕਿਆ ਉੱਥੋਂ ਕਿਰਪਾਨ ਚੁੱਕੀ ਹੈ ਫਿਰ ਆਰਾਮ ਨਾਲ ਹੈ ਜੁੱਤੀਆਂ ਪਾ ਕੇ ਗਿਆ ਨੰਗੇ ਸਿਰ ਗਿਆ। ਇਹ ਬੜੇ ਦੁੱਖ ਵਾਲੀ ਗੱਲ ਹੈ ਅਤੇ ਇਸ ਕਰਕੇ ਇਹ ਜਿੰਨੀਆਂ ਵੀ ਘਟਨਾਵਾਂ ਵਾਪਰੀਆਂ ਨੇ ਪਹਿਲਾਂ ਤਾਂ ਪ੍ਰੋਗਰਾਮ ਚੱਲਦਾ ਸੀ ਵੀ ਤੁਸੀਂ ਪ੍ਰਬੰਧ ਕਰੋ ਵੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਇੱਕ ਬੰਦਾ ਜ਼ਰੂਰ ਹੋਣਾ ਚਾਹੀਦਾ, ਪਰ ਅੱਜ ਤਾਂ ਹੱਦ ਹੋ ਗਈ 5 ਬੰਦਿਆਂ ਦੇ ਹੁੰਦਿਆਂ ਹੀ ਜਿਹੜੀ ਇਹ ਘਟਨਾ ਵਾਪਰ ਗਈ ਹੈ ਅਤੇ ਉੱਥੇ ਹੁਣ ਕੀ ਕੀਤਾ ਜਾ ਸਕਦਾ। ਸੋ ਇਸ ਕਰਕੇ ਇਹ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਇਹ ਕਿਸੇ ਏਜੰਸੀਆਂ ਦੀ ਦੇਣ ਹੈ। ਜਿਹੜੇ ਮੈਂਟਲ ਬੰਦੇ ਨੇ ਜਿਹੜੇ ਮੈਂਟਲ ਬੰਦਿਆਂ ਦੇ ਸਰਟੀਫਿਕੇਟ ਮਿਲਿਆ ਜਿਹਨੂੰ ਪਹਿਲਾਂ ਉਹਨੂੰ ਚੁੱਕਦੇ ਨੇ, ਉਹਨੂੰ ਟ੍ਰੇਨਡ ਕਰਦੇ ਆ ਗੁਪਤ ਰੂਪ 'ਚ, ਉਹਨੂੰ ਟ੍ਰੇਨਡ ਕਰਕੇ ਅਤੇ ਫਿਰ ਇੱਧਰ ਭੇਜਿਆ ਜਾਂਦਾ। ਪਤਾ ਨਹੀਂ ਕੀ ਉਹਨੂੰ ਲਾਲਚ ਦਿੱਤਾ ਹੋਏਗਾ ਜਾਂ ਕਿਸ ਤਰ੍ਹਾਂ। ਜਿੰਨਾ ਚਿਰ ਇਹ ਬੰਦਾ ਫੜਿਆ ਜਾਂਦਾ ਇਹਨੂੰ ਆਪ ਫੜ ਕੇ ਇੰਟੈਰੋਗੇਟ ਨਹੀਂ ਨਾ ਕਰਦੇ। ਜਿਵੇਂ ਜਦੋਂ ਸੰਤ ਜਰਨੈਲ ਸਿੰਘ ਵਾਲੇ ਜਦੋਂ ਸ਼ਹੀਦ ਭਾਈ ਸੁਰਿੰਦਰ ਸਿੰਘ ਸੋਢੀ ਮਾਰਿਆ ਸੀ ਉਸ ਸਮੇਂ ਬਲਜੀਤ ਕੌਰ ਆਈ ਸੀ ਅਤੇ ਉਹ ਕਹਿੰਦੀ ਸੀ ਮੈਂ ਬਦਲਾ ਲੈ ਲਿਆ, ਇਹ ਕਰ ਲਿਆ ਉਹ ਕਰ ਲਿਆ, ਪਰ ਉਹ ਅਸੀਂ ਆਪ ਸਾਰਿਆਂ ਨੇ ਰਲ ਕੇ ਉਹਨੂੰ ਇੰਟੈਰੋਗੇਟ ਕੀਤਾ। ਜਿਹੜੀਆਂ ਸਾਡੇ ਦਿਮਾਗ ਵਿੱਚ ਵੀ ਨਹੀਂ ਸੀ ਗੱਲਾਂ ਉਹਨੇ ਕੱਢ ਕੇ ਦੱਸੀਆਂ ਉਦੋਂ। ਇਸੇ ਤਰ੍ਹਾਂ ਜਿੰਨਾ ਚਿਰ ਅਸੀਂ ਆਪ ਇੰਟੈਰੋਗੇਟ ਨਹੀਂ ਨਾ ਕਰਦੇ, ਆਪ ਜਿਹੜੇ ਵੀ ਫੜਦੇ ਆ ਉਹ ਇੰਟੈਰੋਗੇਟ ਆਪ ਨਹੀਂ ਕਰਦੇ ਉਹਨਾਂ ਚਿਰ, ਕਿਉਂਕਿ ਪੁਲਿਸ ਵਾਲੇ ਡਰਦੇ ਆ। ਹੋ ਸਕਦਾ ਏਜੰਸੀਆਂ ਦਾ ਉਹ ਨਾਲ ਦੀ ਨਾਲ ਉੱਥੇ ਬੰਦੇ ਪਹੁੰਚ ਜਾਂਦੇ ਹੋਣ ਵੀ ਤੁਸੀਂ ਇਹਨਾਂ 'ਤੇ ਕੋਈ ਕਾਰਵਾਈ ਨਹੀਂ ਕਰਨੀ, ਏਜੰਸੀਆਂ ਵੀ ਕੋਈ ਤਗੜੀਆਂ ਹੋਣਗੀਆਂ। ਸੋ ਇਸ ਕਰਕੇ ਇਹ ਜਿੰਨਾ ਚਿਰ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ ਵਾਲੀ ਗੱਲ ਹੀ ਨਾ ਹੁੰਦੀ ਵੀ ਆਪ ਅਸੀਂ ਨਹੀਂ ਕਰਦੇ। ਅਤੇ ਲਿਖਿਆ ਕਿਸੇ ਨੇ ਗੁਰ ਕੀ ਨਿੰਦਾ ਸੁਣਿਆ ਨਾ ਕਾਨ ਭੇਟਾ ਸੰਗ ਕਰੇ ਕਿਰਪਾਨ। ਜੇ ਕੋਈ ਸਮਾਂ ਬਣੇ ਇਸ ਤਰ੍ਹਾਂ ਹੋਣਾ ਚਾਹੀਦਾ ਤਾਂ ਠੱਲ ਪੈਣੀ ਹੈ। ਜੇ ਕਾਨੂੰਨਾਂ ਕਨਾਨਾ ਵੀ ਤਾਂ ਹੈ ਹੀ ਗੱਲ ਨਹੀਂ ਕੋਈ। ਜਿਹੜੇ 295 ਲਾਉਂਦੇ ਨੇ 4 ਮਹੀਨੇ ਬਾਅਦ ਜ਼ਮਾਨਤ ਹੋ ਜਾਂਦੀ ਹੈ ਅਤੇ ਉਹ ਫਿਰ ਬਾਹਰ ਉਹਨੂੰ ਸਿਕਿਉਰਿਟੀ ਦੇ ਦਿੱਤੀ ਜਾਂਦੀ ਹੈ। ਸੋ ਕੋਈ ਬਹੁਤੀ ਆਸ ਨਹੀਂ ਜਿੰਨਾ ਚਿਰ ਆਪਾਂ ਆਪਣੇ ਹੱਥੀਂ ਨਹੀਂ ਕੰਮ ਕਰਦੇ ਆ। ਕਿਹਾ ਜਾ ਰਿਹਾ ਕਿ ਏਜੰਸੀਆਂ ਕੰਮ ਕਰਾਉਂਦੀਆਂ ਨੇ, ਏਜੰਸੀਆਂ ਉਹਨਾਂ ਨੂੰ ਤਿਆਰ ਕਰਦੀਆਂ ਨੇ ਅਜਿਹੇ ਲੋਕਾਂ ਨੂੰ। ਕੀ ਲੱਗ ਰਿਹਾ ਜੀ ਸਾਡੇ ਜਿਹੜੇ ਪ੍ਰਚਾਰਕ ਨੇ, ਸਾਡੇ ਧਰਮ ਦੇ ਜਿਹੜੇ ਮੂਹਰੇ ਆਗੂ ਨੇ, ਉਹਨਾਂ ਤੋਂ ਕੋਈ ਘਾਟ ਰਹਿੰਦੀ ਹੈ? ਸਾਡੇ ਸਿੱਖ ਪਰਿਵਾਰਾਂ 'ਚੋਂ ਮੁੰਡੇ ਇਹ ਕੰਮ ਕਰ ਰਹੇ ਨੇ, ਉਹਨਾਂ ਨੂੰ ਟ੍ਰੇਨਡ ਕੀਤਾ ਜਾ ਰਿਹਾ, ਇਹ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਵੇਖੋ ਜੀ ਇਹਦੇ ਵਿੱਚ ਪ੍ਰਚਾਰ ਦੀ ਘਾਟ ਕਹਿ ਲਓ, ਘਾਟ ਵੀ ਨਹੀਂ ਕਹੀ ਜਾ ਸਕਦੀ। ਹੁਣ ਇੱਕ ਬੰਦਾ ਜਿਹਨੂੰ ਫੜ ਲਿਆ ਹੁਣ ਜੇ ਸਮੁੱਚੇ ਤੌਰ 'ਤੇ ਗੱਲ ਹੋਵੇ ਇੱਕ ਬੰਦਾ ਜਿਹੜੇ ਇਹ ਹੈ
ਇਹ ਅੰਮ੍ਰਿਤ ਵੀ ਛਕਿਆ ਸੀ ਇਹਨੇ ਪਹਿਲਾਂ ਕੋਈ ਗਲਤੀ ਕੀਤੀ, ਫਿਰ ਅੰਮ੍ਰਿਤ ਛਕਿਆ, ਫਿਰ ਅੰਮ੍ਰਿਤ ਭੰਗ ਕੀਤਾ। ਤੇ ਇਹ ਪ੍ਰਚਾਰ ਦੀ ਗੱਲ ਨਹੀਂ, ਇਹ ਤਾਂ ਜਿਵੇਂ ਪਹਿਲਾਂ ਦੱਸਿਆ ਇਕੱਲੇ ਬੰਦੇ ਨੂੰ ਮੈਂਟਲ ਨੂੰ ਫੜ ਕੇ ਲਿਜਾ ਕੇ ਤਿਆਰ ਕੀਤਾ ਜਾਂਦਾ। ਇਹਦੇ ਵਿੱਚ ਕੋਈ ਪ੍ਰਚਾਰ ਵਾਲੀ ਗੱਲ ਨਹੀਂ ਹੈ ਵੀ ਨਾ ਹੁੰਦਾ ਹੋਵੇ ਤਾਂ। ਜਿੱਦਾਂ ਦੇਖਿਆ ਜਾਵੇ ਤਰਖਾਣ ਮਾਜਰੇ 'ਚ ਹੋਈ ਆ, ਜੱਲੇ 'ਚ ਹੋਈ ਆ, ਉਹ ਵੀ ਸਿੱਖ ਪਰਿਵਾਰ 'ਚੋਂ ਸੀਗਾ, ਚਾਹੇ ਉੱਦਾਂ ਮੋਨਾ ਸੀਗਾ, ਨਾਮ ਦੇ ਨਾਲ ਸਿੰਘ ਲੱਗਦਾ ਸੀਗਾ, ਉਹਨਾਂ ਨੂੰ ਉਹ ਕਿਹਾ ਜਾ ਰਿਹਾ ਸੀਗਾ ਮੈਂਟਲ ਆ, ਪਰ ਉਹ ਬਿਲਕੁਲ ਠੀਕ ਸੀਗਾ, ਗੱਡੀ ਚਲਾ ਕੇ ਆਏ। ਉਹਨਾਂ ਨੂੰ ਕਿੱਦਾਂ ਤਿਆਰ ਕੀਤਾ ਜਾਂਦਾ? ਕਿਤੇ ਨਾ ਕਿਤੇ ਘਾਟ ਤਾਂ ਸਾਡੇ ਪ੍ਰਚਾਰ 'ਚ ਆ, ਸਾਡੇ 'ਚ ਘਾਟ ਹੈ ਜੀ। ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ, ਸਾਡੇ 'ਚ ਘਾਟ ਇਹ ਆ ਵੀ ਸਾਨੂੰ ਜਿਹੜਾ ਐਕਸ਼ਨ ਲੈਣਾ ਚਾਹੀਦਾ। ਪ੍ਰਚਾਰ ਦੀ ਘਾਟ ਨਹੀਂ, ਸਾਡੇ ਐਕਸ਼ਨ ਦੀ ਘਾਟ ਹੈ। ਸਾਨੂੰ ਸਾਰੇ ਜਥੇਬੰਦੀਆਂ ਨੂੰ ਰਲ ਕੇ ਇੱਕ ਤਾਂ ਇੱਕ ਮਤੇ ਦੇ ਨਾਲ ਕੋਈ ਐਸਾ ਕਾਨੂੰਨ ਬਣਾਉਣਾ ਚਾਹੀਦਾ। ਜੇ ਨਹੀਂ ਆਪ ਕਰ ਸਕਦੇ ਤੇ ਘੱਟੋ ਘੱਟ ਕਾਨੂੰਨ ਤਾਂ ਐਸਾ ਹੋਵੇ ਨਾ, ਜਿਵੇਂ ਨਾ ਤੇ ਜਵਾਪਾ ਲੱਗਾ ਸੀ ਤੇ ਉਹ ਕੋਰਟ ਵਾਲੇ ਕਹਿੰਦੇ ਲੱਗ ਹੀ ਨਹੀਂ ਸਕਦਾ, ਹੈ ਨਾ। ਜੇ ਇਹ ਧਾਰਾ ਬਣਾਈ ਹੋਵੇ, ਕਾਨੂੰਨ ਬਣਿਆ ਹੋਵੇਗਾ ਗੁਰੂ ਗ੍ਰੰਥ ਸਾਹਿਬ ਵਾਸਤੇ ਸਪੈਸ਼ਲ, ਤੇ ਤਾਂ ਗੱਲ ਬਣਨੀ ਆ। ਉਸ ਤਰ੍ਹਾਂ ਜਿਹੜੀ ਗੱਲ ਨਹੀਂ ਬਣਨੀ। ਕਿਹਾ ਜਾਂਦਾ ਹੈ ਕਿ ਆਪ ਇਹਨਾਂ ਨੂੰ ਸੋਧਾ ਲਾ ਦਿੱਤਾ ਜਾਵੇ ਜਾਂ ਮੌਕੇ ਤੇ ਜਦੋਂ ਅਜਿਹੇ ਵਿਅਕਤੀ ਟੱਕਰਦੇ ਨੇ। ਤੇ ਤਖਾਣ ਮਾਜਰੇ ਵਾਲੇ ਨੂੰ ਵੀ ਕਿਹਾ ਜਾ ਰਿਹਾ ਸੀਗਾ ਵੀ ਬਾਹਰ ਕੱਢੋ, ਅਸੀਂ ਸੋਧਾ ਲਾਵਾਂਗੇ। ਸਿੰਘਾਂ ਦਾ ਧਰਨਾ ਲੱਗਿਆ ਸੀਗਾ ਥਾਣੇ ਦੇ ਬਾਹਰ, ਤੇ ਹੁਣ ਉਹ ਜ਼ਮਾਨਤ ਤੇ ਬਾਹਰ ਘੁੰਮ ਰਿਹਾ ਜੀ। ਹੁਣ ਕਿਉਂ ਨਹੀਂ ਸੋਧਾ ਲਾਇਆ ਜਾ ਰਿਹਾ ਅਜਿਹੇ ਦੋਸ਼ੀਆਂ ਨੂੰ? ਉਹੀ ਪਹਿਲਾਂ ਦੱਸਿਆ ਨਾ, ਉਹਨਾਂ ਬੰਦਿਆਂ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ। ਇਹ ਬੰਦਿਆਂ ਨੂੰ ਅੰਡਰ ਸਿਕਿਉਰਿਟੀ ਹੁੰਦੇ ਨੇ। ਸਿਕਿਉਰਟੀਆਂ ਤਾਂ ਵੱਡੇ ਜਿਹੜੇ ਸਾਡੇ ਲੀਡਰ ਸੀਗੇ ਉਹਨਾਂ ਨੂੰ ਸੋਧੇ ਲਾਏ ਗਏ ਨੇ, ਉਦੋਂ ਸਿਕਿਉਰਟੀਆਂ ਕਿੱਥੇ ਸੀਗੀਆਂ ਤੇ ਹੁਣ ਕਿਉਂ ਦਿੱਤੀਆਂ? ਕੋਈ ਨਹੀਂ, ਸਮਾਂ ਬਣਨ ਤੇ ਇਹ ਵੀ ਹੋ ਸਕਦਾ ਵੀ ਕੋਈ ਗੁਰਮੁਖ ਪਿਆਰਾ ਲੈ ਲੂਗਾ ਸੇਵਾ ਵੀ ਜੀ। ਇਹ ਕੋਈ ਗੱਲ ਨਹੀਂ, ਸਮਾਂ ਜ਼ਰੂਰ ਪੈ ਜਾਂਦਾ ਹੁੰਦਾ ਤੇ ਸੇਵਾ ਲੈ ਲੇਗਾ ਕੋਈ ਨਾ ਕੋਈ ਗੁਰਮੁਖ ਪਿਆਰਾ ਜੀ। ਕੀ ਕहेंगे? ਉਹ ਕਿਹਾ ਜਾ ਰਿਹਾ ਹੈ ਮੈਂਟਲ ਸੀਗਾ। ਪਿੰਡ ਦੇ ਲੋਕਾਂ ਤੋਂ ਪਤਾ ਕੀਤਾ, ਕਹਿ ਰਿਹਾ ਇਹ ਕਾਫੀ ਕਹਿ ਰਹੇ ਨੇ ਮੈਂਟਲ ਸੀਗਾ, ਕਾਫੀ ਟਾਈਮ ਤੋਂ ਇਦਾਂ ਚੱਲ ਰਿਹਾ ਏ, ਪਰੇਸ਼ਾਨ ਚੱਲ ਰਿਹਾ ਸੀਗਾ। ਆਪਣਾ ਫੋੜਾ ਸੀਗਾ ਉਹ ਵੀ ਉਹਨੇ ਆਪ ਕੱਟਿਆ ਏ, ਉਹਨੂੰ ਤਾਂ ਕਰਕੇ ਉਹਦੀ ਬਾਂਹ ਕੱਟਣੀ ਪਈ, ਕੈਂਸਰ ਬਣ ਗਿਆ। ਤੇ ਪਰਿਵਾਰ ਮੈਂਟਲਾਂ ਨੂੰ ਕਿਉਂ ਨਹੀਂ ਰੋਕਦਾ? ਫਿਰ ਗੁਰੂ ਘਰ ਕੀ ਕਰਨ ਆਉਂਦੇ ਨੇ? ਕੀ ਲੱਗ ਰਿਹਾ ਤੁਹਾਨੂੰ? ਮੈਂ ਤੁਹਾਨੂੰ ਦੱਸਿਆ ਨਾ, ਉਹਨਾਂ ਨੂੰ ਤਿਆਰ ਕੀਤਾ ਜਾਂਦਾ। ਜਿੰਨਾ ਚਿਰ ਕਿਸੇ ਕੰਮ ਵਾਸਤੇ ਹੁਣ ਜਿਹੜਾ ਇੱਥੇ ਜਿੰਨੀਆਂ ਵੀ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਨਾਲ ਨੇ, ਇਹਨਾਂ ਨਾਲ ਹੀ ਕਿਉਂ ਤੇ ਇੱਕ ਤਰ੍ਹਾਂ ਦੀਆਂ ਇਹ ਏਜੰਸੀਆਂ ਵੱਲੋਂ ਹੀ ਤਿਆਰ ਕੀਤੇ ਜਾਂਦੇ ਨੇ ਬੰਦੇ ਇਹੋ ਜਿਹੇ ਲੈ ਕੇ, ਤੇ ਉਹਦੇ ਕੋਲੋਂ ਫਿਰ ਸਾਰੀ ਘਟਨਾ ਕਰਵਾਈ ਜਾਂਦੀ ਹੈ ਤਾਂ ਕਿ ਸਾਡੇ ਤੱਕ ਗੱਲ ਨਾ ਆਵੇ, ਇਹ ਕਹਿ ਦਿੱਤੇ ਜਾਵੇ ਮੈਂਟਲ ਨੇ। ਗਿੱਠ ਜ਼ਮੀਨ ਪਿੱਛੇ ਜਿਹੜੇ ਲੋਕ ਨੇ ਉਹ ਲੜ ਮਰ ਜਾਂਦੇ ਨੇ, ਪਰ ਆਪਣੇ ਬਾਪ ਦੀ ਜਦੋਂ ਅਣਖ ਵਗਾਰੀ ਜਾਂਦੀ ਆ ਉਦੋਂ ਕਿਉਂ ਨਹੀਂ ਇਹ ਲੋਕਾਂ ਦਾ ਜ਼ਮੀਰ ਜਾਗਦੇ? ਜ਼ਮੀਨਾਂ ਪਿੱਛੇ ਤਾਂ ਬੜੀਆਂ ਲੜਾਈਆਂ ਹੁੰਦੀਆਂ ਨੇ, ਭਾਈ ਨੂੰ ਮਾਰ ਦਿੰਦਾ ਏ। ਇੱਥੇ ਸਾਹਮਣੇ 5 ਬੰਦੇ ਸੀਗੇ, ਉਦੋਂ ਕਿਉਂ ਨਹੀਂ ਜ਼ਮੀਰ ਜਾਗਿਆ ਜੀ? ਇਹੀ ਤੇ ਮੈਂ ਗੱਲ ਤੁਹਾਨੂੰ ਕਹਿ ਕੇ ਹਟਿਆ ਵੀ ਇਸ ਗੱਲ ਦਾ ਹੀ ਤਾਂ ਵੱਡਾ ਸਾਰਾ ਦੁੱਖ ਹੈ ਵੀ ਇਹ ਪੰਜਾਂ ਦੇ ਵਿੱਚੋਂ ਇੰਜ ਲੰਘ ਕੇ ਗਿਆ ਜਿਵੇਂ ਬੜਾ ਤਗੜਾ ਕਿਲਾ ਫਤਿਹ ਕਰਕੇ ਨਾ ਸਾਨ ਵਾਂਗੂ ਆਕੜ ਕੇ ਗਿਆ ਇੱਥੇ, ਤੇ ਕਿਸੇ ਦੀ ਜ਼ਰੂਰਤ ਨਹੀਂ ਪਈ ਵੀ ਇਹਨੂੰ ਫੜ ਲਈਏ, ਵੀ ਇਹਨੂੰ ਕੋਈ ਸਜ਼ਾ ਦੇਈਏ ਜਾਂ ਫੜੀਏ। ਬਹੁਤ ਇਹ ਮਾੜੀ ਗੱਲ ਹੈ ਜੀ। ਹੋਰ ਵੀ ਸਾਡੇ ਨਾਲ ਮਹਾਂਪੁਰਖ ਨੇ, ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਕੀ ਲੱਗ ਰਿਹਾ ਜੀ ਦਿੱਤੂਪੁਰ ਦੇ ਵਿੱਚ ਜੋ ਘਟਨਾ ਵਾਪਰੀ ਆ, ਬਹੁਤ ਮੰਦਭਾਗੀ ਘਟਨਾ ਹੈ, ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜੀ ਅਜਿਹੀਆਂ ਘਟਨਾਵਾਂ? ਕੀ ਕਰਾਂਗੇ ਅੱਗੇ? ਕਿੱਦਾਂ ਦੀ ਸੇਧ ਦੇਣੀ ਚਾਹੀਦੀ ਹੈ ਸਾਡੇ ਨੌਜਵਾਨਾਂ ਨੂੰ? ਸਾਡੇ ਜਿਹੜੇ ਸਿੱਖ ਪ੍ਰਚਾਰਕ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਅੱਗੇ? ਮੈਂ ਤਾਂ ਇਹ ਬੇਨਤੀ ਕਰਾਂਗਾ ਕਿ ਜਿਹੜੀ ਸਾਡੀ ਜ਼ਮੀਰ ਉਹ ਮਰੀ ਹੋਈ ਹੈ ਜੀ। ਜ਼ਮੀਰ ਮਰੀ ਦੀ ਇਹ ਨਿਸ਼ਾਨੀ ਹੁੰਦੀ, ਜਿਹੜਾ ਸਾਡਾ ਖੂਨ ਹੀ ਉਹ ਪਾਣੀ ਬਣ ਗਿਆ। ਆਪਣਾ ਹੱਥਾਂ ਨਾਲ ਅਸੀਂ ਕਰਨਾ ਨਹੀਂ ਚਾਹੁੰਦੇ, ਇੱਕ ਦੂਸਰੇ ਦੇ ਦੋਸ਼ ਰੋਪੀ ਜਾਂਦੇ ਨੇ। ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਉਹ ਸਰਕਾਰਾਂ ਦੇ ਕਬਜ਼ੇ 'ਚ ਹੈ। ਜਦੋਂ ਤੱਕ ਸਾਡਾ ਅਕਾਲ ਤਖਤ ਸਾਹਿਬ ਆਜ਼ਾਦ ਨਹੀਂ, ਉੱਥੋਂ ਕੋਈ ਇਹੋ ਜਿਹਾ ਫਰਮਾਨ ਨਹੀਂ ਹੁੰਦਾ, ਉਦੋਂ ਤੋਂ ਕਿ ਠੱਲਣੀ ਪੈਣੀ ਜੀ। ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਡੇ ਬੈਠੇ ਨੇ, ਪਹਿਲਾਂ ਵੀ ਅਕਾਲ ਤਖਤ ਤੋਂ ਫਰਮਾਨ ਜਾਰੀ ਹੁੰਦੇ ਸੀਗੇ, ਕਿਸੇ ਦੀ ਹਿੰਮਤ ਨਹੀਂ ਸੀਗੀ ਕੋਈ ਇਦਾਂ ਦਾ ਕੰਮ ਕਰ ਜੇ, ਜਾਂ ਜਿਹਨੂੰ ਉੱਥੇ ਸੇਵਾ ਲਾਈ ਜਾਂਦੀ ਸੀਗੀ ਨਹੀਂ ਪਹੁੰਚਦਾ ਸੀ। ਪਰ ਅੱਜ ਕੱਲ੍ਹ ਅਕਾਲ ਤਖਤ ਤੋਂ ਉੱਦਾਂ ਦੇ ਫਰਮਾਨ ਨੇ ਜਿਹੜੇ ਨਹੀਂ ਜਾਰੀ ਹੋ ਰਹੇ ਜੀ, ਤਾਂ ਹੀ ਇਹ ਦੋਸ਼ੀ ਨੇ ਜਿਹੜੇ ਇਦਾਂ ਦੀਆਂ ਘਟਨਾਵਾਂ ਕਰ ਰਹੇ ਨੇ। ਲੋਕਾਂ 'ਚ ਕੋਈ ਡਰ ਨਹੀਂ ਹੈਗਾ। ਫਿਰ ਹੁਣ ਜਿਹੜੇ ਜਥੇਦਾਰ ਨੇ ਉਹ ਤੋਂ ਅਕਾਲ ਤਖਤ ਸਾਹਿਬ ਦੇ ਬਾਦਲ ਚੋਣ ਕਰਦਾ, ਪ੍ਰਧਾਨ ਹੋਵੇ ਭਾਵੇਂ ਜਥੇਦਾਰ ਹੋਵੇ। ਜਿਹੜੀ ਇੱਕ ਸਿਆਸੀ ਪਾਰਟੀ ਹੈ, ਇੱਕ ਪਰਿਵਾਰ ਦਾ ਜਿਹੜਾ ਗੁਰੂ ਘਰਾਂ ਦੇ ਕਬਜ਼ਾ ਹੈ, ਉਹਨੇ ਜਥੇਦਾਰ ਪੈਦਾ ਕਰਨੇ, ਉਹਨੇ ਪ੍ਰਧਾਨ ਬਣਾਉਣੀ ਹੈ। ਫਿਰ ਬਾਅਦ 'ਚ ਆਪਾਂ ਉੱਥੇ ਨਿਆਂ ਕੀ ਭਾਲਦੇ ਹਾਂ ਜੀ? ਕੋਈ ਨਿਆਂ ਨਹੀਂ ਹੋਊਗਾ ਉੱਥੇ। ਪਿੰਡ ਦੇ ਲੋਕ ਕਹਿ ਰਹੇ ਨੇ ਕਿ ਮੈਂਟਲ ਸੀਗਾ। ਕੀ ਲੱਗ ਰਿਹਾ ਜੀ ਤੁਹਾਨੂੰ, ਵਾਕਈ ਮੈਂਟਲ ਸੀਗਾ? ਇਹ ਤਾਂ ਮਿਲਦੇ ਸਾਰੇ ਮੈਂਟਲ, ਜਿੱਥੇ ਵੀ ਬੇਦਬੀ ਹੋਏ ਸਾਰੇ ਮੈਂਟਲ ਕਹਿੰਦੇ ਨੇ। ਪ੍ਰਸ਼ਾਸਨ ਮੈਂਟਲ ਕਹਿ ਦਿੰਦਾ, ਹੋਰ ਕਹਿ ਦਿੰਦੇ। ਜਿੱਥੇ ਵੀ ਕੋਈ ਬੇਦਬੀ ਹੈ, ਅਜੇ ਤੱਕ ਸਾਨੂੰ 2015 ਤੋਂ ਲੈ ਕੇ ਇੱਕ ਵੀ ਇਨਸਾਫ ਨਹੀਂ ਮਿਲਿਆ ਕਿਸੇ ਵੀ ਥਾਂ ਤੇ। ਕੋਈ ਦੋਸ਼ੀ ਨੂੰ ਕਿਸੇ ਦੇ ਵਿੱਚ ਕੋਈ ਅਬਸੈਂਟ ਹੈ ਜੀ, ਇਹ ਮੈਂਟਲ ਹੈ ਜੀ, ਇਹਦੇ ਕੋਲ ਮੈਡੀਕਲ ਹੈ ਜੀ, ਇਹ ਤਾਂ ਗੱਲਾਂ ਨੇ ਸਾਰੀਆਂ, ਪਰ ਸਾਨੂੰ ਇਨਸਾਫ ਕਿਸੇ ਥਾਂ ਤੇ ਨਹੀਂ ਮਿਲਿਆ। ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਸਾਡੀਆਂ ਸਰਕਾਰਾਂ ਨੇ, ਪ੍ਰਸ਼ਾਸਨ ਹੈ, ਦਾਅਵੇ ਤਾਂ ਵੱਡੇ ਕੀਤੇ ਜਾਂਦੇ ਨੇ, ਇਲੈਕਸ਼ਨਾਂ ਦੇ ਟਾਈਮ ਆ ਕੇ ਸੌਹਾਂ ਵੀ ਖਾਧੀਆਂ ਜਾਂਦੀਆਂ ਨੇ, ਪਰ ਲੱਗਦਾ ਹੈ ਕਿ ਉਹ ਆਪਣੀ ਜਿਹੜੀ ਕਹਿ ਰਹੇ ਨੇ ਉਹ ਤੇ ਪੂਰੇ ਉਤਰਦੇ ਨੇ। ਕੀ ਕਹੇਂਗੇ ਪ੍ਰਸ਼ਾਸਨ ਬਾਰੇ? ਕੀ
ਤੁਹਾਡੇ ਵਿਚਾਰ ਨੇ? ਪ੍ਰਸ਼ਾਸਨ ਨੇ ਕੀ ਕਹਿਣਾ, ਜਿਵੇਂ ਕੈਪਟਨ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕਰਕੇ ਝੂਠ ਬੋਲ ਕੇ ਸਰਕਾਰ ਬਣਾ ਲਈ। ਹੁਣ ਉਧਰੋਂ ਅਕਾਲੀ ਕਹੀ ਜਾਂਦੇ ਨੇ, ਇਹ ਤੋਂ ਰਲੇ ਮਿਲੇ ਨੇ, ਲੋਕਾਂ ਨੂੰ ਮੂਰਖ ਬਣਾਈ ਜਾਂਦੇ ਨੇ। ਇਹਨਾਂ ਦੇ ਵਿੱਚ ਕੋਈ ਭੇਦ ਨਹੀਂ, ਕੋਈ ਵੱਖਰੇ ਨਹੀਂ ਹੈਗੇ, ਇੱਕੋ ਹੀ ਨੇ। ਪਰ ਇਹਨਾਂ ਸਿੱਖ ਕੌਮ ਦਾ ਜਿਹੜਾ ਘਾਣ ਕੀਤਾ, ਜਿਹੜਾ ਥੋੜਾ ਨਹੀਂ ਬਹੁਤ ਜ਼ਿਆਦਾ ਕੀਤਾ, ਜਿਹੜੀ ਬੇਦਬੀਆਂ ਦੀ ਕਾਰਨ ਹੈ, ਇਹ ਸਰਕਾਰਾਂ ਦੀ ਦੇਣ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਉਸ ਨੂੰ ਅਰੈਸਟ ਵੀ ਕੀਤਾ ਗਿਆ ਏ ਤੇ ਧਾਰਾਵਾਂ ਵੀ ਲਾਈਆਂ ਗਈਆਂ ਨੇ ਜੋ ਬਣਦੀਆਂ ਨੇ। ਕੀ ਲੱਗਦਾ ਇਹ ਸਜ਼ਾ ਮਿਲੂਗੀ ਦੋਸ਼ੀ ਨੂੰ ਜੋ ਬਣਦੀ ਸਜ਼ਾ? ਨਹੀਂ, ਕੋਈ ਸਜ਼ਾ ਨਹੀਂ। ਪ੍ਰਸ਼ਾਸਨ ਕੋਲ ਕੋਈ ਆਸ ਨਹੀਂ ਹੈਗੀ, ਸਾਨੂੰ ਕਿਸੇ 1% ਵੀ ਆਸ ਨਹੀਂ ਹੈਗੀ। ਪ੍ਰਸ਼ਾਸਨ ਨੇ ਕੁਝ ਨਹੀਂ ਕਰਨਾ, ਇਹ ਤਾਂ ਆਪਣਾ ਆਪ ਹੀ ਕਰਨਾ ਪੈਣਾ। ਜਦੋਂ ਵੀ ਮਰਜ਼ੀ ਕਰ ਲੈ, ਸਿੱਖ ਕੌਮ ਜਦੋਂ ਜਾਗ ਪਊਗੀ। ਹੁਣ ਗੁਰਦੁਆਰਿਆਂ ਵਿੱਚ ਪਹਿਰੇਦਾਰੀ ਸਖਤਾਈ ਦੇ ਨਾਲ ਦੇਣ, ਇਹੋ ਜਿਹੀ ਨਾ ਦੇਵੇ ਜਿਵੇਂ ਦਿੱਤਪੁਰ ਪਿੰਡ ਦੇ ਵਿੱਚ ਹੀ ਤੇ ਸੇਵਾਦਾਰਾਂ ਦਾ ਨਾਂ ਹੀ ਹੈ ਜਿਹੜਾ ਐਡਾ ਵੱਡਾ ਦੁਸ਼ਟ ਗੁਰੂ ਦੀ ਹਜ਼ੂਰੀ ਵਿੱਚ ਅੱਜ ਫਿਰ ਬਚ ਕੇ ਚੱਲ ਜਾਵੇ। ਇਹ ਤਾਂ ਦਿੱਤੂਪੁਰ ਪਿੰਡ ਦੇ ਵਿੱਚ ਹੋਇਆ ਜੀ, ਅਕਾਲਗੜ੍ਹ ਤਖਤ ਸਾਹਿਬ ਤੇ ਹੋਇਆ ਏ। ਉੱਥੋਂ ਕੀ ਕੇਸਗੜ੍ਹ ਸਾਹਿਬ, ਉੱਥੇ ਕੀ ਲੱਗਦਾ ਏ? ਉੱਥੇ ਤਾਂ ਸਾਡੀ ਟਾਸਕ ਫੋਰਸ ਵੀ ਸੀਗੀ, ਵੱਡੇ ਜਿਹੜੇ ਉਹਨਾਂ ਦੇ ਪ੍ਰਬੰਧ ਨੇ ਤਾਂ ਇੱਕ ਪਿੰਡ ਦੇ ਵਿੱਚ ਆ, ਉੱਥੇ ਐਡੇ ਵੱਡੇ ਤਖਤ ਤੇ ਹੋਇਆ ਜੀ। ਉਹ ਜਿਹੜੀ ਟਾਸਕ ਫੋਰਸ ਬਣਾਈ ਹੈ, ਉਹ ਸਿੱਖਾਂ ਨੂੰ ਕੁੱਟਣ ਵਾਸਤੇ ਬਣਾਈ ਹੈ, ਗੁਰੂ ਦੇ ਦੋਸ਼ੀਆਂ ਨੂੰ ਫੜਨ ਵਾਸਤੇ ਨਹੀਂ ਬਣਾਈ। ਉਹ ਜਿੱਥੇ ਵੀ ਤੁਸੀਂ ਸੱਚ ਦੀ ਆਵਾਜ਼ ਚੁੱਕੋਗੇ, ਜਿੱਥੇ ਜਾਓਗੇ, ਕੋਈ ਗੱਲ ਕਰੋਗੇ, ਸ਼੍ਰੋਮਣੀ ਕਮੇਟੀ ਪਿੱਛੇ ਸੀ 180 ਸਰੂਪਾਂ ਦਾ ਜਿਹੜਾ ਹਿਸਾਬ ਕਿਤਾਬ ਮੰਗਣ ਵਾਸਤੇ ਗਏ, ਜਿਹੜੇ ਕਿੱਥੇ ਗੁਪਤ ਕਰਤੇ ਇਹਨਾਂ ਨੇ। ਉੱਥੇ ਸਿੱਖ ਜਥੇਬੰਦੀਆਂ, ਸਤਕਾਰ ਕਮੇਟੀਆਂ, ਉੱਥੇ ਕੁੱਟੀਆਂ ਫੜ ਕੇ ਉਹਨਾਂ ਨੇ। ਕਿਸੇ ਵੀ ਥਾਂ ਤੇ ਦੱਸ ਦਿਓ ਟਾਸਕ ਫੋਰਸ ਆਈ ਹੋਏ, ਜਿੱਥੇ ਵੀ ਗੁਰੂ ਸਾਹਿਬ ਦੀ ਬੇਦਬੀ ਹੋਈ ਆ, ਇਹਨਾਂ ਨੇ ਆ ਕੇ ਹੱਕ ਲਿਆ। ਉਹ ਤਾਂ ਸਿੱਖਾਂ ਨੂੰ ਕੁੱਟਣ ਵਾਸਤੇ ਰੱਖੇ ਇਹਨਾਂ ਨੇ। ਜਿਹੜੇ ਕੀ ਮੈਸੇਜ ਦਵੇਂਗੇ ਤੁਸੀਂ ਜੋ ਸਾਡੇ ਨੌਜਵਾਨ ਨੇ, ਅੱਗੇ ਸਾਡੇ ਧਰਮ ਨਾਲ ਜੁੜੇ ਹੋਏ ਨੇ, ਜਿਨ੍ਹਾਂ ਦੇ ਮਨ 'ਚ ਕੁਛ ਕਰਨ ਦਾ ਜਜ਼ਬਾ ਹੈ, ਉਹਨਾਂ ਨੂੰ ਕੀ ਮੈਸੇਜ ਦਵੇਂਗੇ? ਬਸ ਮੈਂ ਤਾਂ ਇਹ ਬੇਨਤੀ ਕਰਾਂਗਾ ਕਿ ਜਦੋਂ ਜਬੇ ਬਾਣ ਲਾਗਿਓ ਤਵੇ ਰੁੱਸ ਜਾਗਿਓ। ਜਿਹਨੂੰ ਵੀ ਕੋਈ ਮੌਕਾ ਮਿਲਦਾ ਗੁਰੂ ਦੀ ਸੇਵਾ ਲੈ ਸਕਦਾ। ਕਿਸੇ ਦੇ ਉੱਤੇ ਆਸ ਨਾ ਰੱਖੇ, ਇਹ ਵੀ ਨਾ ਆਸ ਰੱਖੇ ਕੋਈ ਮੇਰੇ ਮਗਰ ਆਊਗਾ, ਨਾ ਕਿਸੇ ਜਥੇਦਾਰ ਦੀ ਉਡੀਕ ਕਰੇ। ਇਹ ਤਾਂ ਆਪਣਾ ਹੱਥ ਹੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਜਦੋਂ ਇਹ ਕੰਮ ਤੇ ਆਪਣੇ ਹੱਥਾਂ ਨਾਲ ਕਰਨਾ ਸ਼ੁਰੂ ਕਰ ਦਿੱਤਾ, ਦੋ ਚਾਰਾਂ ਨੂੰ ਸੌਦਾ ਲੱਗਿਆ, ਫਿਰ ਬੇਦਬੀ ਨਹੀਂ ਹੋਣਗੀ। ਜੀ ਧੰਨਵਾਦ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਹਾਂਜੀ, ਇਹ ਸਨ ਮਹਾਂਪੁਰਖ ਜਿਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਦੋਸਤਾਂ ਨੂੰ ਸਜ਼ਾ ਦੇਣ ਲਈ ਆਪ ਹੀ ਅੱਗੇ ਆਉਣਾ ਪੈਣਾ ਹੈ, ਪ੍ਰਸ਼ਾਸਨ ਤੋਂ ਕੋਈ ਆਸ ਨਹੀਂ। ਅਸੀਂ ਦਿੱਤੂਪੁਰ ਪਿੰਡ ਦੇ ਵਿੱਚ ਖੜ੍ਹੇ ਹਾਂ, ਜਿੱਥੇ ਘਟਨਾ ਵਾਪਰੀ ਹੈ। ਇੱਕ ਦੋਸਤ ਪ੍ਰਾਣੀ ਵੱਲੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆਂ 'ਤੇ ਜੋੜੇ ਪਾ ਕੇ ਚੜ੍ਹਿਆ ਜਾਂਦਾ ਹੈ ਅਤੇ ਨੰਗੇ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਥੱਲਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਪਰ ਕੁਝ ਲੋਕਾਂ ਵੱਲੋਂ ਰੋਕਿਆ ਜਾਂਦਾ ਹੈ। ਅਜਿਹੇ ਲੋਕਾਂ ਨੂੰ ਠੱਲ ਕਦੋਂ ਪਊਗੀ, ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ। ਤੁਸੀਂ ਦੇਖਦੇ ਰਹੋ ਪੰਜਾਬੀ ਲੋਕ ਚੈਨਲ। ਮੈਂ ਮਨਵਿੰਦਰ ਸਿੰਘ ਟਿਵਾਣਾ, ਭਾਸੋਂ।